हाँ जी, ਤੁਹਾਡਾ ਸਭ ਦਾ ਸਵਾਗਤ ਹੈ ਮੇਰੇ YouTube ਚੈਨਲ ਪੰਜਾਬੀ ਅਨਫਿਲਟਰ 'ਤੇ। ਜਿੱਦਾਂ ਕਿ ਆਪਾਂ ਪਿਛਲੀਆਂ ਕਾਫੀ ਵੀਡੀਓ ਦੇ ਵਿੱਚ ਗੱਲ ਕੀਤੀ ਹੈ ਪੰਜਾਬ ਦੇ ਗੈਂਗਸਟਰ ਜੋ ਕੈਨੇਡਾ ਦੇ ਵਿੱਚ ਜਵਾਨ ਹੋਏ ਅਤੇ ਉਹਨਾਂ ਨੇ ਕੈਨੇਡਾ ਦੀ ਧਰਤੀ 'ਤੇ ਕ੍ਰਾਈਮ ਕੀਤੇ, ਤਾਂ ਅੱਜ ਵੀ ਆਪਾਂ ਉਹਨਾਂ ਦੇ ਵਿੱਚੋਂ ਹੀ ਗੱਲ ਕਰਾਂਗੇ ਤਿੰਨ ਬੁੱਟਰ ਭਰਾਵਾਂ ਦੀ, ਮਨਜੀਤ, ਕੈਲੀ ਅਤੇ ਬੱਲ। ਇਹਨਾਂ 'ਚੋਂ ਬੱਲ ਬੁੱਟਰ ਜ਼ਿਆਦਾ ਮਸ਼ਹੂਰ ਹੋਇਆ, ਪਰ ਮਨਜੀਤ, ਕੈਲੀ ਇਹ ਵੀ ਭਰਾ ਸਨ। ਮਨਜੀਤ ਵੱਡਾ ਭਰਾ ਜਦਕਿ ਕੈਲੀ ਸਭ ਤੋਂ ਛੋਟਾ ਸੀ ਅਤੇ ਬੱਲ ਬੁੱਟਰ ਵਿਚਕਾਰਲਾ ਸੀ। ਇਹ ਬ੍ਰਿਟਿਸ਼ ਕੋਲੰਬੀਆ ਦੇ ਰਿਚਮੰਡ ਏਰੀਆ ਦੇ ਵਿੱਚ ਪਲੇ ਅਤੇ ਵੱਡੇ ਹੋਏ ਅਤੇ ਇਹਨਾਂ ਨੇ ਪੰਜਾਬੀ ਮਾਫੀਆ ਨਾਮ ਦਾ ਇੱਕ ਗਰੁੱਪ ਵੀ ਬਣਾਇਆ ਜੋ ਅੱਜ ਤੱਕ ਵੀ ਉਹ ਧਰਤੀ 'ਤੇ ਚੱਲਦਾ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਦੇ ਗੈਂਗਸਟਰੀ ਇਤਿਹਾਸ ਦੀ, ਕਿਵੇਂ ਇਹਨਾਂ ਦੀ ਸ਼ੁਰੂਆਤ ਹੁੰਦੀ ਆ ਅਤੇ ਕਿਵੇਂ ਇਹ ਸ਼ੁਰੂ ਤੋਂ ਲੈ ਕੇ ਆਪਣੇ ਅੰਤ ਤੱਕ ਪਹੁੰਚਦੇ ਆ। ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਾਂਗੇ ਬੱਲ ਬੁੱਟਰ ਬਾਰੇ। ਬੱਲ ਬੁੱਟਰ ਬਾਰੇ ਉਹ ਆਪਣੀ ਇੱਕ ਇੰਟਰਵਿਊ ਦੇ ਵਿੱਚ ਦੱਸਦਾ ਹੈ ਕਿ ਸਕੂਲ ਦੇ ਵਿੱਚ ਅਕਸਰ ਹੀ ਉਹ ਧਿਆਨ ਦੀ ਕਮੀ ਦੇ ਨਾਲ ਜੂਝਦਾ ਸੀ। ਅਕਸਰ ਹੀ ਉਸਨੂੰ ਧੱਕੇਸ਼ਾਹੀ ਅਤੇ ਛੇੜਛਾੜ ਉਸ ਨਾਲ ਕੀਤੀ ਜਾਂਦੀ ਸੀ, ਕਿਉਂਕਿ ਉਹ ਸ਼ੁਰੂ ਤੋਂ ਹੀ ਪੱਗ ਬੰਨ੍ਹਦਾ ਸੀ ਅਤੇ ਸਕੂਲ ਦੇ ਵਿਹੜੇ ਵਿੱਚ ਹੋਰ ਬੱਚੇ ਉਸ ਦਾ ਨਾਂ ਲੈ ਕੇ ਤਾਨੇ ਮਾਰਦੇ ਸਨ ਕਿ ਜਿੱਦਾਂ ਕਿ ਉਸਨੂੰ ਵੱਖਰੇ ਵੱਖਰੇ ਨਾਮਾਂ ਨਾਲ ਸੰਬੋਧਿਤ ਕੀਤਾ ਜਾਂਦਾ ਸੀ। ਫਿਰ ਹੌਲੀ ਹੌਲੀ ਉਸਨੇ ਸਖਤ ਹੋ ਕੇ ਆਪਣੇ ਆਲੇ ਦੁਆਲਿਆਂ ਨੂੰ ਡਰਾਉਣਾ ਅਤੇ ਧਮਕਾਉਣਾ ਸ਼ੁਰੂ ਕਰ ਦਿੱਤਾ, ਅਤੇ ਜਿਹਦੇ ਨਾਲ ਉਹਦੇ ਉੱਤੇ ਲੋਕ ਧਿਆਨ ਕੇਂਦਰਿਤ ਕਰਨ ਲੱਗੇ। ਫਿਰ ਲੋਕ ਜਿਵੇਂ ਉਸਨੂੰ ਕਹਿੰਦੇ ਤਾਂ ਉਹ ਉਵੇਂ ਹੀ ਕਰਦੇ, ਅਤੇ ਇੱਥੇ ਹੀ ਬੁੱਟਰ ਦੱਸਦਾ ਹੈ ਕਿ ਉਸਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਉਸਦੇ ਹੱਥ ਵਿੱਚ ਚਾਕੂ ਤੋਂ ਪਿਸਤੌਲ ਆ ਗਿਆ। ਇੱਥੇ ਹੀ ਉਸਨੇ ਇੰਟਰਵਿਊਆਂ ਦੀ ਇੱਕ ਲੜੀ ਦੇ ਵਿੱਚ ਦੱਸਿਆ ਸੀ ਕਿ ਉਸਨੇ ਅੰਡਰਵਰਲਡ ਦੇ ਵਿੱਚ ਇੱਕ ਪਰੇਸ਼ਾਨ ਕਰਨ ਵਾਲੀ ਝਲਕ ਪੇਸ਼ ਕੀਤੀ ਸੀ ਕਿ ਸ਼ੁਰੂ ਦੇ ਵਿੱਚ ਜਵਾਨ ਮੁੰਡਿਆਂ ਨੂੰ ਪੈਸਾ, ਧਿਆਨ ਅਤੇ ਸ਼ਕਤੀ ਇਹ ਲਾਲਸਾ ਖਿੱਚਦੀ ਆ। ਇਹ ਲਾਲਸਾ ਹੀ ਗੈਂਗਸਟਰਾਂ ਅਤੇ ਡਰੱਗ ਡੀਲਰਾਂ ਅਤੇ ਉਹਨਾਂ ਨੂੰ ਕਾਤਲਾਂ ਦੇ ਵਿੱਚ ਬਦਲ ਦਿੰਦੀ ਆ, ਅਤੇ ਇਸੇ ਕਰਕੇ ਹੀ ਉਹ ਇਹਨਾਂ ਚੀਜ਼ਾਂ ਵੱਲ ਇੰਟਰੈਕਟ ਹੋਇਆ ਸੀ। ਸ਼ੁਰੂ ਦੇ ਵਿੱਚ ਉਸਨੂੰ ਜੌਲ ਮਿਲਿਆ ਅਤੇ ਉਹਨਾਂ ਦਾ ਇੱਕ ਨਿੱਕਾ ਜਿਹਾ ਸੰਗਠਨ ਦਾ ਹਿੱਸਾ ਬਣਿਆ, ਅਤੇ ਜਿਸ ਕਰਕੇ ਉਹਨਾਂ ਦੀ ਕੀਮਤ ਲੱਖਾਂ ਦੇ ਵਿੱਚ ਹੋ ਗਈ। ਇੱਥੇ ਹੀ ਗੱਲ ਕਰਦੇ ਹਾਂ ਆਪਾਂ ਕਿ ਕਿੱਦਾਂ ਜੌਲ ਅਤੇ ਬੱਲ ਬੁੱਟਰ ਦੇ ਵਿੱਚ ਆਪਸੀ ਮੁਲਾਕਾਤ ਹੋਈ ਸੀ। ਵੈਨਕੂਵਰ ਦੀ ਪ੍ਰੀ ਟ੍ਰਾਇਲ ਜੇਲ੍ਹ ਦੇ ਵਿੱਚ ਇਹਨਾਂ ਦੋਨਾਂ ਦੀ ਮੁਲਾਕਾਤ ਹੋਈ ਸੀ, ਜਿਸ ਉੱਤੇ ਦਸੰਬਰ 1996 ਵਿੱਚ ਇੱਕ ਵਿਰੋਧੀ ਧਿਰ ਦੇ ਆਗੂ ਦੇ ਭਰਾ ਨੂੰ ਅਗਵਾ ਕਰਨ ਦੇ ਦੋਸ਼ ਲੱਗੇ ਸਨ। ਜੌਲ ਬਾਰੇ ਤਾਂ ਤੁਸੀਂ ਮੇਰੀ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਸੁਣ ਹੀ ਚੁੱਕੇ ਆ ਕਿ ਉਹ ਤਾਂ ਗੈਂਗ ਵਿੱਚ ਬੰਦੇ ਮਾਰਨ ਅਤੇ ਦੋਸਾਂਝ ਭਰਾਵਾਂ ਦੇ ਮਾਰਨ ਤੋਂ ਬਾਅਦ ਹੀ ਕਾਫੀ ਫੇਮਸ ਹੋ ਚੁੱਕਿਆ ਸੀ, ਅਤੇ ਉਹਨਾਂ ਦੇ ਹਾਈ ਪ੍ਰੋਫਾਈਲ ਕਤਲ 'ਚੋਂ ਬਰੀ ਵੀ ਹੋ ਗਿਆ ਸੀ। ਜੇਲ੍ਹ ਵਿੱਚ ਬੁੱਟਰ ਨੇ ਜੌਲ ਪ੍ਰਤੀ ਆਪਣੀ ਵਫਾਦਾਰੀ ਦਾ ਵਾਅਦਾ ਕੀਤਾ ਅਤੇ ਫਿਰ ਉਹ ਪੂਰੀ ਤਰ੍ਹਾਂ ਭਰਾ ਬਣ ਗਏ, ਅਤੇ ਇੱਥੋਂ ਹੀ ਉਹਨਾਂ ਨੇ ਸ਼ੁਰੂਆਤ ਕੀਤੀ ਇੰਡੋ ਕਨੇਡੀਅਨ ਮਾਫੀਏ ਦੀ। ਇਹ ਕਿਵੇਂ ਕੰਮ ਕਰਦਾ ਸੀ ਇੰਡੀਅਨ ਕਨੇਡੀਅਨ ਮਾਫੀਆ? ਜੌਲ ਨੇ ਇੱਕ ਬਹੁਪੱਖੀ ਅਪਰਾਧਿਕ ਕਾਰੋਬਾਰ ਬਣਾਇਆ, ਜਿਸ ਵਿੱਚ ਬੁੱਟਰ ਅਤੇ ਰੋਮਨ ਡੈਨੀ ਮਾਨ ਇਹ ਨਾਮ ਦੇ ਹੋਰ ਵੀ ਸਾਥੀ ਇਹ ਮੁੱਖ ਭੂਮਿਕਾ ਵਿੱਚ ਸਨ। ਬੁੱਟਰ ਨੇ ਕਿਹਾ ਕਿ ਮਾਨ ਕਰੀਬ 15 ਵਿਅਕਤੀਆਂ ਦਾ ਇੰਚਾਰਜ ਸੀ ਜੋ ਕਾਰੋਬਾਰ, ਨਸ਼ਾ ਤਸਕਰੀ ਇਹ ਵਿੰਗ ਸੰਭਾਲਦੇ ਸਨ, ਅਤੇ ਜੌਲ ਨੂੰ ਹਰ ਮਹੀਨੇ ਹਜ਼ਾਰਾਂ ਡਾਲਰ ਅਦਾ ਕਰਦੇ ਸਨ। ਅਤੇ ਇਹਨਾਂ ਨਸ਼ਾ ਤਸਕਰੀ ਦੇ ਇਲਾਵਾ ਅਸੀਂ ਲੱਕੜਾਂ ਅਤੇ ਕੰਪਿਊਟਰਾਂ ਦਾ ਲੋਡ ਚੋਰੀ ਵੀ ਕਰਦੇ ਸੀ। ਬੁੱਟਰ ਸਰੀ ਦੇ ਵਿੱਚ ਬਹੁਤ ਸਾਰੇ ਟਰੱਕਾਂ ਨੂੰ ਜਾਣਦਾ ਸੀ ਜੋ ਅੰਦਰੂਨੀ ਰੂਪ ਦੇ ਵਿੱਚ ਰਿਪ ਆਫ ਕਰਨ ਲਈ ਸਦਾ ਤਿਆਰ ਰਹਿੰਦੇ ਸਨ।
ਰਿਪ ਆਫ ਦਾ ਮਤਲਬ ਇੱਥੇ ਇਹ ਦੱਸਣਾ ਬਣਦਾ ਹੈ ਕਿ ਉਹ ਕਿਸੇ ਵੀ ਆਪਣੀ ਮੰਜ਼ਿਲ ਤੋਂ ਲੋਡ ਚੱਕਦੇ ਸਨ ਅਤੇ ਰਾਹ ਦੇ ਵਿੱਚ ਉਹ ਲੋਡ ਇਹਨਾਂ ਕੋਲੇ ਅਨਲੋਡ ਕਰ ਦਿੰਦੇ ਸਨ ਅਤੇ ਬਾਅਦ ਵਿੱਚ ਉਹ ਆਪਣੇ ਓਨਰਾਂ ਨੂੰ ਕਹਿ ਦਿੰਦੇ ਸਨ ਕਿ ਸਾਡਾ ਲੋਡ ਚੋਰੀ ਹੋ ਗਿਆ। ਅਤੇ ਇਸ ਤਰੀਕੇ ਨਾਲ ਹੀ ਬੁੱਟਰ ਨੇ ਆਪਣੀ ਇੱਕ ਇੰਟਰਵਿਊ ਦੇ ਦੱਸਿਆ ਸੀ ਕਿ ਹਰ ਇੱਕ ਟਰੱਕ ਦੇ ਭਾਰ ਦੇ ਮਗਰ ਉਹਨਾਂ ਨੂੰ 15 ਤੋਂ 20 ਹਜ਼ਾਰ ਦਾ ਫਾਇਦਾ ਹੋ ਜਾਂਦਾ ਸੀ। ਅਤੇ ਇੱਕ ਹੋਰ ਸਕੀਮ ਉਹ ਲਾਉਂਦੇ ਸਨ ਕਿ ਅਮਰੀਕਾ ਤੋਂ ਕੁਝ ਲਗਜ਼ਰੀ ਕਾਰਾਂ ਖਰੀਦਦੇ ਅਤੇ ਉਹਨਾਂ ਨੂੰ ਸਰਹੱਦ ਪਾਰ ਕੈਨੇਡਾ ਦੇ ਵਿੱਚ ਲੈ ਕੇ ਆਉਂਦੇ ਅਤੇ ਉਹਨਾਂ ਦੇ ਨੰਬਰ ਬਦਲ ਦਿੰਦੇ ਅਤੇ ਉਹਨਾਂ ਨੂੰ ਉਹਨਾਂ ਦੀ ਇੰਸ਼ੋਰੈਂਸ ਬਦਲ ਦਿੰਦੇ ਅਤੇ ਉਹਨਾਂ ਨੂੰ ਇੱਕ ਨਿਲਾਮੀ ਉੱਤੇ ਸੇਲ ਕਰ ਦਿੰਦੇ ਅਤੇ ਉਹ ਇੱਕ ਕਾਰ 'ਤੇ ਲਗਭਗ 2000 ਰੁਪਈਆ ਖਰਚ ਕੇ ਅਤੇ ਉਸ ਨੂੰ 15 ਤੋਂ 16 ਹਜ਼ਾਰ ਡਾਲਰਾਂ ਦੇ ਵਿੱਚ ਵੇਚ ਦਿੰਦੇ ਸਨ। ਇਹ ਇੱਕ ਸੱਚਮੁੱਚ ਹੀ ਚੰਗਾ ਨੈਟਵਰਕ ਸੀ ਅਤੇ ਉੱਥੇ ਸਭ ਇਸ ਬਾਰੇ ਜਾਣਦੇ ਸਨ। ਬੁੱਟਰ ਨੇ ਕਿਹਾ ਸੀ ਕਿ ਜੌਲ ਦਾ ਸਮਰਾਜ ਇੱਕ ਗਰੋਹ ਵਜੋਂ ਆਪਣੇ ਪਹਿਲੇ ਸਾਲ ਵਿੱਚ 5 ਲੱਖ ਡਾਲਰ ਦੀ ਕਮਾਈ ਤੋਂ ਵੱਧ ਕੇ ਉਸ ਦੀ ਮੌਤ ਤੱਕ 3 ਤੋਂ 4 ਮਿਲੀਅਨ ਪ੍ਰਤੀ ਸਾਲ ਹੋ ਚੁੱਕਿਆ ਸੀ। ਇਹ ਇੱਕ ਵੱਡਾ ਇੰਡੋ ਕੈਨੇਡੀਅਨ ਮਾਫੀਆ ਸ਼ੁਰੂ ਹੋ ਚੁੱਕਿਆ ਸੀ। ਅਤੇ ਕਿਵੇਂ ਸ਼ੁਰੂ ਹੁੰਦਾ ਹੈ ਜੌਲ ਦਾ ਅੰਤ? 1998 ਦੀਆਂ ਗਰਮੀਆਂ ਤੱਕ ਜੌਲ ਵਿੱਚ ਬਹੁਤ ਹੀ ਜ਼ਿਆਦਾ ਚੇਂਜ ਆ ਚੁੱਕਿਆ ਸੀ ਅਤੇ ਉਹ ਆਪਣੇ ਹਰ ਇੱਕ ਨਜ਼ਦੀਕੀ ਨੂੰ ਮਾਰ ਰਿਹਾ ਸੀ। ਉਹੀ ਟਾਈਮ ਸੀ ਜਦੋਂ ਬੁੱਟਰ ਦਾ ਵੀ ਉਸ ਤੋਂ ਭਰੋਸਾ ਉੱਠ ਗਿਆ। ਬੁੱਟਰ ਦੇ ਭਰੋਸੇ ਉੱਠਣ ਦਾ ਕਾਰਨ ਇੱਕ ਵੱਡਾ ਸੀ, ਪਰ ਉਹਨਾਂ 'ਚੋਂ ਹੀ ਮੈਂ ਇੱਕ ਕਾਰਨ ਬਾਰੇ ਗੱਲ ਕਰੂੰਗਾ। ਬੁੱਟਰ ਅਤੇ ਉਸ ਦਾ ਭਰਾ ਕੈਲੀ, ਡੈਰਕ ਸ਼ੰਕਰ ਨਾਂ ਦੇ ਉਹਨਾਂ ਦਾ ਇੱਕ ਦੋਸਤ ਸੀ ਅਤੇ ਉਹ ਬਿੰਦੀ ਜੌਲ ਦਾ ਵੀ ਇੱਕ ਚੰਗਾ ਦੋਸਤ ਸੀ। ਉਹ ਲੋਕ 1998 ਦੇ ਸਤੰਬਰ ਦੀ ਇੱਕ ਰਾਤ ਨੂੰ ਕਲੱਬ ਕਰਨ ਲਈ ਬਾਹਰ ਗਏ ਸਨ। ਕੁਝ ਡਰਿੰਕਾਂ ਪੀਣ ਤੋਂ ਬਾਅਦ ਸ਼ੰਕਰ ਨੇ ਜੌਲ ਨੂੰ ਪਾਰਟੀ 'ਤੇ ਲਿਆਉਣ ਲਈ ਆਪਣੇ ਸੈੱਲ ਤੋਂ ਕਾਲ ਕਰਨ ਦਾ ਫੈਸਲਾ ਕੀਤਾ ਅਤੇ ਸਾਹਮਣਿਓਂ ਬਿੰਦੀ ਨੇ ਕਿਹਾ ਕਿ ਮੈਂ ਥੱਕ ਗਿਆ ਹਾਂ, ਮੈਂ ਨਹੀਂ ਜਾਣਾ ਚਾਹੁੰਦਾ। ਉਸਨੇ ਕਿਹਾ ਕਿ ਸ਼ੰਕਰ ਬਹੁਤ ਜ਼ਿਆਦਾ ਸ਼ਰਾਬੀ ਸੀ ਅਤੇ ਜੌਲ ਨੂੰ ਉਸਨੇ ਬੇਵਕੂਫ ਅਤੇ ਬੇਬੀ ਕਹਿ ਕੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸਨੂੰ ਕਿਹਾ ਤੂੰ ਤਾਂ ਬਸ ਘਰੇ ਹੀ ਰਹਿਣ ਜੋਗਾ ਹੈ। ਤਾਂ ਅੱਗਿਓਂ ਬਿੰਦੀ ਬੋਲਿਆ ਕਿ ਉਹ ਉਸ ਨਾਲ ਅਜਿਹੀ ਭਾਸ਼ਾ ਵਿੱਚ ਗੱਲ ਨਾ ਕਰੇ ਅਤੇ ਬਿੰਦੀ ਇਹ ਗੱਲ ਦਿਲ 'ਤੇ ਲਾ ਗਿਆ। ਜਦੋਂ ਬੁੱਟਰ ਅਤੇ ਉਸਦੇ ਬਾਕੀ ਸਾਥੀ, ਜਿਨ੍ਹਾਂ ਵਿੱਚੋਂ ਡੈਰਕ ਸ਼ੰਕਰ ਵੀ ਸੀ, ਉਹ ਇੱਕ ਟਰੱਕ ਦੇ ਵਿੱਚ ਆਪਣੇ ਘਰ ਪਰਤ ਰਹੇ ਸਨ ਤਾਂ ਜੌਲ ਰੋਮੀ ਮਾਨ ਨਾਲ ਉਹਨਾਂ ਦੀ ਉਡੀਕ ਕਰ ਰਿਹਾ ਸੀ ਸੜਕ ਦੇ ਉੱਤੇ ਖੜ੍ਹ ਕੇ। ਬੁੱਟਰ ਨੂੰ ਪਤਾ ਸੀ ਕਿ ਮੁਸੀਬਤ ਆਵੇਗੀ। ਜੌਲ ਨੇ ਪੁੱਛਿਆ ਸ਼ੰਕਰ ਕਿੱਥੇ ਹੈ ਤਾਂ ਉਸਨੇ ਦੱਸਿਆ ਕਿ ਉਹ ਟਰੱਕ ਵਿੱਚ ਸੌਂ ਰਿਹਾ ਹੈ। ਬੁੱਟਰ ਨੇ ਦੱਸਿਆ ਕਿ ਜੌਲ ਨੇ ਉਸਨੂੰ ਡਰਾਈਵੇ 'ਤੇ ਜਾਣ ਲਈ ਕਿਹਾ ਅਤੇ ਉਸਨੇ ਟਰੱਕ ਵਿੱਚੋਂ ਛਾਲ ਮਾਰ ਦਿੱਤੀ। ਮੈਂ ਉਸ ਨੂੰ ਦੇਖ ਰਿਹਾ ਸੀ ਅਤੇ ਇਹਨਾਂ ਲੋਕਾਂ ਦਾ ਇਹ ਮਤਲਬ ਨਹੀਂ ਸੀ ਕਿ ਬਸ ਇਹਨਾਂ ਮੁੰਡਿਆਂ ਨੂੰ ਜਾਣ ਦਿਓ ਅਤੇ ਉਸਨੇ ਮੈਨੂੰ ਕੈਨਬੀਰੋ ਬ੍ਰਿਜ ਹੇਠਾਂ ਭੇਜ ਦਿੱਤਾ। ਉਸਨੇ ਕਿਹਾ ਕਿ ਉਸਨੇ ਸ਼ੰਕਰ ਨੂੰ ਜਗਾਇਆ ਅਤੇ ਦੋਵਾਂ ਨੂੰ ਜਲਦੀ ਨਾਲ ਜਾਣ ਦਾ ਸੁਝਾਅ ਦਿੱਤਾ ਅਤੇ ਅਚਾਨਕ ਉਸ ਨੂੰ ਫਾਇਰ ਦੀ ਆਵਾਜ਼ ਆਈ ਅਤੇ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਡੈਰਕ ਸ਼ੰਕਰ ਹੇਠਾਂ ਡਿੱਗ ਰਿਹਾ ਸੀ। ਬਿੰਦੀ ਨੇ ਉਸ ਨੂੰ ਗੋਲੀ ਮਾਰ ਦਿੱਤੀ ਸੀ। ਬਿੰਦੀ ਮੇਰੇ ਵੱਲ ਵੀ ਦੇਖ ਰਿਹਾ ਸੀ ਅਤੇ ਮੇਰੇ ਕੋਲ ਵੀ ਪਿਸਟਲ ਸੀ ਕਿ ਮੈਂ ਸੋਚ ਰਿਹਾ ਸੀ ਕਿ ਮੈਨੂੰ ਆਪਣਾ ਪਿਸਟਲ ਉਸ 'ਤੇ ਖਿੱਚਣਾ ਚਾਹੀਦਾ। ਫਿਰ ਮੈਂ ਸੋਚਿਆ ਕਿ ਨਹੀਂ, ਬਿੰਦੀ ਬਹੁਤ ਤੇਜ਼ ਹੈ, ਮੇਰੇ ਟਰੱਕ ਤੋਂ ਛਾਲ ਮਾਰਨ ਤੋਂ ਪਹਿਲਾਂ ਹੀ ਉਸਨੇ ਮੈਨੂੰ ਗੋਲੀ ਮਾਰ ਦੇਣੀ ਹੈ। ਤਾਂ ਬਾਅਦ ਵਿੱਚ ਬਿੰਦੀ ਨੇ ਬੁੱਟਰ ਨੂੰ ਕਿਹਾ ਕਿ ਤੂੰ ਮੇਰੇ ਵੱਲ ਆ ਅਤੇ ਆਪਾਂ ਇਸ ਨੂੰ ਪਾਣੀ ਦੇ ਵਿੱਚ ਸੁੱਟ ਦੇਈਏ। ਤਾਂ ਅਸੀਂ ਡੈਰਕ ਸ਼ੰਕਰ ਨੂੰ ਪਾਣੀ ਦੇ ਵਿੱਚ ਸੁੱਟਿਆ, ਪਰ ਮੈਨੂੰ ਬਹੁਤ ਦੁੱਖ ਲੱਗਿਆ ਕਿ ਡੈਰਕ ਸ਼ੰਕਰ ਸਾਡਾ ਸਭ ਤੋਂ ਚੰਗਾ ਦੋਸਤ ਸੀ, ਉਹ ਸਾਡੇ ਭਰਾਵਾਂ ਵਰਗਾ ਸੀ ਅਤੇ ਮੈਂ ਉਸ ਨੂੰ ਬਹੁਤ ਲੰਬੇ ਸਮੇਂ ਤੋਂ ਜਾਣਦਾ ਸੀ।
ਉਹ ਰਿਚਮੰਡ ਦਾ ਰਹਿਣ ਵਾਲਾ ਸੀ, ਉਹ ਰਿਚਮੰਡ ਦੇ ਮੁੰਡਿਆਂ ਵਿੱਚੋਂ ਇੱਕ ਸੀ। ਤੇ ਉਸਨੇ ਬਿੰਦੀ ਦਾ ਸ਼ੁਰੂ ਤੋਂ ਲੈ ਕੇ ਆਖਰ ਤੱਕ ਸਾਥ ਦਿੱਤਾ, ਪਰ ਅਸੀਂ ਆਖਰ ਉਸ ਨੂੰ ਪਾਣੀ ਦੇ ਵਿੱਚ ਸੁੱਟ ਦਿੱਤਾ। ਤੇ ਇਹੀ ਮੇਰੇ ਮੰਨਣ ਮੁਤਾਬਕ ਸਭ ਤੋਂ ਵੱਡਾ ਕਾਰਨ ਸੀ ਜੌਲ ਦੇ ਪਤਨ ਦਾ। ਕਾਫੀ ਲੋਕ ਮੰਨਦੇ ਆ ਕਿ ਜਦੋਂ ਡੈਰਕ ਸ਼ੰਕਰ ਪਾਣੀ ਦੇ ਵਿੱਚ ਹੇਠਾਂ ਡਿੱਗਿਆ ਤਾਂ ਬਿੰਦੀ ਦੀ ਪੂਰੀ ਸੈਨਾ ਪਾਣੀ ਦੇ ਵਿੱਚ ਡਿੱਗ ਪਈ। ਹੁਣ ਤੁਸੀਂ ਸੋਚ ਸਕਦੇ ਹੋ ਕਿ ਮੇਰਾ ਕੀ ਮਤਲਬ ਹੈ, ਮੇਰੇ ਕਹਿਣ ਦਾ ਕੀ ਮਤਲਬ ਹੈ। ਸ਼ੰਕਰ ਜੋ ਸੀ ਉਹ ਕੈਲੀ ਦਾ ਬਹੁਤ ਹੀ ਚੰਗਾ ਭਰਾ ਸੀ, ਜੋ ਕਿ ਬੁੱਟਰ ਦਾ ਛੋਟਾ ਭਾਈ ਸੀ। ਤਾਂ ਉਸ ਦੀ ਮੌਤ ਸੁਣ ਕੇ ਉਹ ਬਹੁਤ ਹੀ ਜ਼ਿਆਦਾ ਸਖਤ ਹੋ ਗਿਆ ਸੀ। ਤਾਂ ਉਹ ਕਹਿੰਦਾ, ਉਸਨੇ ਆਪਣੇ ਭਰਾ ਬਲਬੁੱਟਰ ਨੂੰ ਕਿਹਾ ਕਿ ਤੂੰ ਉੱਥੇ ਸੀ, ਤੂੰ ਉਸ ਨੂੰ ਮਾਰ ਕਿਉਂ ਨਹੀਂ ਦਿੱਤਾ, ਤੂੰ ਉਸ 'ਤੇ ਕੋਈ ਫੈਸਲਾ ਕਿਉਂ ਨਹੀਂ ਕੀਤਾ। ਤਾਂ ਮੈਂ ਉਸ ਨੂੰ ਦੱਸਿਆ ਕਿ ਮੇਰੇ ਕੋਲ ਵੀ ਬੰਦੂਕ ਸੀ, ਪਰ ਉਸ ਸਮੇਂ ਮੈਂ ਉਸ 'ਤੇ ਤਾਣ ਨਹੀਂ ਸਕਿਆ। ਆਖਰ ਬਲਬੁੱਟਰ ਨੇ ਆਪਣੇ ਭਰਾ ਨਾਲ ਵਾਅਦਾ ਕੀਤਾ ਕਿ ਉਹ ਬਦਲਾ ਲਵੇਗਾ, ਚਿੰਤਾ ਨਾ ਕਰੋ, ਮੈਂ ਜਲਦੀ ਹੀ ਉਹਦੀ ਗੱਲ ਦਾ ਬਦਲਾ ਲਊਂਗਾ। ਤਾਂ ਇਸ ਤੋਂ ਬਾਅਦ ਉਹਨਾਂ ਨੇ ਆਖਰ ਇੱਕ ਰਾਤ 1998 ਦੇ ਵਿੱਚ ਬਿੰਦੀ ਜੌਲ ਦੇ ਸਿਰ ਦੇ ਵਿੱਚ ਗੋਲੀ ਮਾਰ ਦਿੱਤੀ, ਜਦੋਂ ਉਹ ਇੱਕ ਕਲੱਬ ਦੇ ਵਿੱਚ ਨੱਚ ਰਿਹਾ ਸੀ। ਇਹ ਗੋਲੀ ਮਾਰਨ ਦੇ ਪਿੱਛੇ ਵੀ ਇੱਕ ਵੱਡਾ ਕਾਰਨ ਸੀ, ਕਿਉਂਕਿ ਬਿੰਦੀ ਜੌਲ ਦੇ ਥੱਲੇ ਦੀ ਅਲਾਈਟ ਨਾਂ ਦਾ ਇੱਕ ਸੰਗਠਨ ਕੰਮ ਕਰਦਾ ਸੀ। ਇਹ ਉਹ ਲੋਕ ਸਨ ਜੋ ਬਿੰਦੀ ਜੌਲ ਦੇ ਕਹੇ 'ਤੇ ਬੰਦੇ ਮਾਰ ਦਿੰਦੇ ਸਨ, ਤੇ ਉਹਨਾਂ ਨੇ ਘੱਟ ਤੋਂ ਘੱਟ 25 ਤੋਂ 30 ਲੋਕਾਂ ਦਾ ਕਤਲ ਕੀਤਾ ਸੀ। ਪਰ ਜਦੋਂ ਆਖਰ ਬਿੰਦੀ ਜੌਲ ਆਪਣੇ ਹੀ ਬੰਦੇ ਮਾਰਨ ਲੱਗ ਪਿਆ ਤਾਂ ਇਸ ਅਲਾਈਟ ਦਾ ਵੀ ਉਸ ਤੋਂ ਵਿਸ਼ਵਾਸ ਉੱਠ ਗਿਆ, ਤੇ ਉਹ ਜ਼ਿਆਦਾ ਵਿਸ਼ਵਾਸ ਬਲਬੁੱਟਰ ਉੱਤੇ ਕਰਨ ਲੱਗ ਪਏ। ਤੇ ਬਲਬੁੱਟਰ ਦੇ ਕਹਿਣ 'ਤੇ $15,000 ਦੇ ਵਿੱਚ ਡੀਲ ਫਾਈਨਲ ਹੋਈ, ਤੇ ਜਿੱਥੇ ਉਹਨਾਂ ਨੇ ਬੁੱਟਰ ਨੂੰ ਗੋਲੀ ਮਾਰ ਦਿੱਤੀ। ਪਰ 2001 ਦੇ ਵਿੱਚ ਇੱਕ ਕਲੱਬ ਦੇ ਵਿੱਚ ਕੈਲੀ ਬੁੱਟਰ ਨੂੰ ਵੀ ਗੋਲੀਆਂ ਮਾਰ ਦਿੱਤੀਆਂ ਗਈਆਂ, ਤੇ ਜਿੱਥੇ ਉਸ ਦੀ ਮੌਤ ਹੋ ਗਈ। ਤਾਂ ਇੱਥੇ ਹੀ ਇੱਕ ਸਲੂਨ ਦੇ ਵਿੱਚ ਬਲਬੁੱਟਰ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ, ਤੇ ਉਸ ਦੇ 2 ਗੋਲੀਆਂ ਸਿਰ ਦੇ ਵਿੱਚ ਲੱਗੀਆਂ, ਤੇ ਜਿੱਥੇ ਇੱਦਾਂ ਲੱਗਿਆ ਕਿ ਉਹ ਮਰ ਜਾਵੇਗਾ, ਕਿਉਂਕਿ ਉਸ ਦਾ ਬਹੁਤ ਜ਼ਿਆਦਾ ਖੂਨ ਡੁੱਲ ਚੁੱਕਿਆ ਸੀ। ਪਰ ਉਸ ਦੀ ਮੌਤ ਨਹੀਂ ਹੋਈ ਤੇ ਉਹ ਬਚ ਗਿਆ। ਪਰ ਉਹ ਇੱਕ ਤਰੀਕੇ ਨਾਲ ਹੈਂਡੀਕੈਪਟ ਹੋ ਗਿਆ ਕਿ ਉਹ ਚੇਅਰ ਤੋਂ ਬਿਨਾਂ ਕਿਤੇ ਵੀ ਆ ਜਾ ਨਹੀਂ ਸਕਦਾ ਸੀ। ਇੱਥੇ ਇੱਕ ਗੱਲ ਦੱਸਣੀ ਬਣਦੀ ਆ ਕਿ ਬਲਬੁੱਟਰ ਪਹਿਲਾਂ ਰੱਬ ਦੇ ਵਿੱਚ ਯਕੀਨ ਨਹੀਂ ਕਰਦਾ ਸੀ, ਪਰ ਜਦੋਂ ਉਹ ਇਸ ਗੋਲਾਬਾਰੀ ਦੇ ਵਿੱਚ ਬਚ ਗਿਆ ਤਾਂ ਉਸਨੇ ਰੱਬ 'ਤੇ ਯਕੀਨ ਕਰਨਾ ਸ਼ੁਰੂ ਕਰ ਦਿੱਤਾ। ਤੇ ਉਹ ਆਪਣੀ ਮੌਤ ਤੋਂ ਪਹਿਲਾਂ ਇੱਕ ਕਿਤਾਬ 'ਤੇ ਵੀ ਕੰਮ ਕਰ ਰਿਹਾ ਸੀ, ਤੇ ਉਹ ਜਿਹੜੇ ਲੋਕ ਇਹ ਗੈਂਗਸਟਰੀ ਦੇ ਵਿੱਚ ਜਿਹੜੇ ਆਪਣੇ ਧੀ ਪੁੱਤ ਗਵਾ ਚੁੱਕੇ ਸਨ, ਉਹਨਾਂ ਲਈ ਇੱਕ ਫੈਡਰੇਸ਼ਨ ਵੀ ਸ਼ੁਰੂ ਕਰਨੀ ਚਾਹੁੰਦਾ ਸੀ। ਕਿਤਾਬ ਲਿਖਣ ਦਾ ਉਸਦਾ ਉਦੇਸ਼ ਹੀ ਨਹੀਂ, ਬਲਕਿ ਉਹ ਦੱਸਣਾ ਚਾਹੁੰਦਾ ਸੀ ਕਿ ਇੰਨੇ ਸਾਲਾਂ ਵਿੱਚ ਉਸ ਦਾ ਕੀ ਹਾਲ ਹੋਇਆ। ਤੇ ਬੁੱਟਰ ਨੇ ਕਿਹਾ ਸੀ ਕਿ ਉਹ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਚੂਹਾ ਬਣ ਕੇ ਨਹੀਂ ਰਿਹਾ, ਤੇ ਨਾ ਹੀ ਕਦੇ ਬਣ ਕੇ ਰਹੇਗਾ। ਮੈਂ ਪਹਿਲਾਂ ਕਦੇ ਰੱਬ 'ਤੇ ਵਿਸ਼ਵਾਸ ਨਹੀਂ ਕਰਦਾ ਸੀ, ਪਰ ਜਦੋਂ ਰੱਬ ਨੇ ਮੈਨੂੰ ਇੱਕ ਮੌਕਾ ਹੋਰ ਦਿੱਤਾ ਤਾਂ ਮੈਂ ਸੋਚਿਆ ਕਿ ਰੱਬ ਹੈ। ਤਾਂ ਮੈਂ ਹੁਣ ਸਕੂਲੀ ਬੱਚਿਆਂ ਨੂੰ ਦੱਸਣਾ ਚਾਹਾਂਗਾ ਕਿ ਤੁਹਾਡੇ ਕੋਲ 2 ਰਸਤੇ ਹਨ, ਜਾਂ ਸਹੀ ਜਾਂ ਗਲਤ। ਇਸ ਕਰਕੇ ਮੈਂ ਚੰਗੇ ਤਰੀਕੇ ਲੋਕਾਂ ਦੇ ਧੀ ਪੁੱਤ ਤੋਰਨੇ ਸ਼ੁਰੂ ਕਰੂੰਗਾ। ਪਰ ਇੱਥੇ ਹੀ ਇੱਕ ਗੱਲ ਦੱਸਣੀ ਬਣਦੀ ਆ ਕਿ ਉਹ ਇੰਨੀ ਜ਼ਿਆਦਾ ਤਕਲੀਫ ਦੇ ਵਿੱਚ ਸੀ ਕਿ ਉਹ ਚੰਗੇ ਤਰੀਕੇ ਨਾਲ ਆਪਣਾ ਮੂੰਹ ਵੀ ਨਹੀਂ ਖੋਲ੍ਹ ਸਕਦਾ ਸੀ। ਉਸ ਦਾ ਮੂੰਹ
ਅਤੇ ਜਵਾੜਾ ਸਦਾ ਬੰਦ ਹੀ ਰਹਿੰਦੇ ਸਨ। ਉਹਨੇ ਆਪਣੀ ਮਾਂ ਦੀ ਬਹੁਤ ਹੀ ਸਪੋਰਟ ਲਈ ਸੀ ਤੇ ਉਸਦੀ ਮਾਂ ਹੀ ਉਸਦਾ ਸਹਾਰਾ ਬਣ ਕੇ ਰਹੀ ਸੀ। ਪਰ 1-2 ਮਹੀਨਿਆਂ ਬਾਅਦ ਉਹਨੂੰ ਆਪਣੀ ਜ਼ਿੰਦਗੀ ਦੀ ਆਦਤ ਪੈ ਗਈ। ਉਹਨੂੰ ਬਹੁਤ ਦਰਦ ਹੁੰਦਾ ਸੀ, ਪਰ ਉਸਨੇ ਇੱਦਾਂ ਹੀ ਰਹਿਣਾ ਸਿੱਖ ਲਿਆ ਸੀ। ਪਰ ਜਦੋਂ ਉਸਨੂੰ ਕੈਲੀ ਦੀ ਮੌਤ ਬਾਰੇ ਪਤਾ ਲੱਗਿਆ ਤਾਂ ਉਸਨੂੰ ਬਹੁਤ ਹੀ ਜ਼ਿਆਦਾ ਦੁੱਖ ਹੋਇਆ ਸੀ। ਤਾਂ ਉਹ ਸਮਾਂ ਸੀ ਜਦੋਂ ਬੁੱਟਰ ਇਹ ਸੋਚਦਾ ਸੀ ਕਿ ਮੈਂ ਵੀ ਮਰ ਜਾਵਾਂ ਜਦ ਮੇਰਾ ਛੋਟਾ ਭਰਾ ਹੀ ਨਹੀਂ ਰਿਹਾ। ਪਰ ਹੌਲੀ ਹੌਲੀ ਉਸਦਾ ਦਿਲ ਬਦਲ ਗਿਆ ਤੇ ਉਸਦੀ ਇੱਕ ਇੰਟਰਵਿਊ ਵੀ ਬਹੁਤ ਜ਼ਿਆਦਾ ਫੇਮਸ ਹੋਈ, ਜੋ ਤੁਸੀਂ YouTube ਦੇ ਉੱਤੇ ਜਾ ਕੇ ਸੁਣ ਸਕਦੇ ਹੋ, ਤੇ ਜਿੱਥੇ ਉਹ ਸਭ ਲੋਕਾਂ ਦੇ ਨਾਂ ਲੈਂਦਾ ਹੈ। ਇਸ ਤੋਂ ਬਾਅਦ ਉਹ ਜ਼ਿਆਦਾ ਇਹੀ ਦੱਸਦਾ ਕਿ ਲੋਕ ਭੰਗ ਦੇ ਨਸ਼ੇ ਜਾਂ ਕੋਕੀਨ ਦੇ ਨਸ਼ੇ ਵੱਲ ਝੁਕਾਅ ਕਰ ਲੈਂਦੇ ਹਨ, ਪਰ ਉਹਨਾਂ ਨੂੰ ਪਤਾ ਨਹੀਂ ਕਿ ਇਹ ਰਾਸਤੇ ਉਹਨਾਂ ਨੂੰ ਆਖਿਰ ਕਿੱਥੇ ਲੈ ਜਾਣਗੇ। 2001 ਦੇ ਵਿੱਚ ਹੋਈ ਗੋਲਾਬਾਰੀ ਤੋਂ ਉਹ ਬੈੱਡ 'ਤੇ ਪੈ ਗਿਆ ਸੀ ਅਤੇ ਆਖਿਰ ਬਿਮਾਰੀ ਨਾਲ ਲੜਦਾ ਉਹ 2011 ਦੇ ਵਿੱਚ ਇਸ ਜਹਾਨ ਤੋਂ ਕੂਚ ਕਰ ਗਿਆ। ਤਾਂ ਇੱਥੇ ਆਪਾਂ ਤੀਜੇ ਸ਼ਖਸ ਦੀ ਗੱਲ ਕਰਾਂਗੇ, ਮਣੀ ਬੁੱਟਰ। ਬੁੱਟਰ ਦਾ ਵੀ ਇੱਕ ਲੰਮਾ ਇਤਿਹਾਸ ਸੀ ਗੈਂਗਸਟਰੀ ਦੇ ਵਿੱਚ, ਬੰਦਿਆਂ ਕਤਲ ਕਰਨ ਦੇ ਵਿੱਚ, ਅਤੇ ਉਹ ਖਤਰਨਾਕ ਹਥਿਆਰ ਵੀ ਰੱਖਦਾ ਸੀ। 2009 ਦੇ ਵਿੱਚ ਉਸਨੇ ਇੱਕ ਅਜਨਬੀ ਦੇ ਸਿਰ ਉੱਤੇ ਬੀਅਰ ਦਾ ਗਲਾਸ ਵੀ ਭੰਨਣ ਦਾ ਦੋਸ਼ ਪਾਇਆ ਗਿਆ ਸੀ ਅਤੇ ਇੱਕ ਸਾਬਕਾ ਬਿੰਦੀ ਜੌਲ ਦੇ ਸਹਿਯੋਗੀ ਨੂੰ ਵੀ ਮਾਰਨ ਦਾ ਉਸਨੇ ਇਕਬਾਲ ਕੀਤਾ ਸੀ। ਮਨਜੀਤ ਬੁੱਟਰ ਕਹੀਏ ਜਾਂ ਆਪਾਂ ਮਣੀ ਬੁੱਟਰ ਕਹੀਏ, ਉਸਨੂੰ 11 ਫਰਵਰੀ 2011 ਨੂੰ ਸਵੇਰ ਦੇ 4:30 ਵਜੇ ਰਿਚਮੰਡ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਜਿੱਥੇ ਇਸ ਤੋਂ ਬਾਅਦ ਸ਼ਾਇਦ ਉਹ ਅੱਜ ਵੀ ਜੇਲ੍ਹ 'ਚ ਆ, ਮੈਨੂੰ ਉਸ ਬਾਰੇ ਅਪਡੇਟ ਨਹੀਂ ਹੈ। ਪਰ ਬੁੱਟਰ ਦੋਵੇਂ ਭਰਾ ਬਾਲ ਅਤੇ ਕੈਲੀ, ਉਹਨਾਂ ਨੂੰ 2021 ਦੇ ਵਿੱਚ ਨਿਸ਼ਾਨਾ ਬਣਾਇਆ ਗਿਆ, ਜਿਹਦੇ ਵਿੱਚੋਂ ਕੈਲੀ ਦੀ ਮੌਤ 2001 ਦੇ ਵਿੱਚ ਹੀ ਹੋ ਗਈ ਸੀ। ਪਰ ਬਲ ਬੁੱਟਰ ਆਪਣੀ ਬਿਮਾਰੀ ਨਾਲ ਲੜਦਾ ਇਸ ਜਹਾਨ ਤੋਂ 2011 ਦੇ ਵਿੱਚ ਕੂਚ ਕਰ ਗਿਆ। ਤਾਂ ਇੱਥੇ ਇੱਕ ਗੱਲ ਸੋਚਣ ਵਾਲੀ ਆ ਕਿ ਤੁਹਾਨੂੰ ਲੱਗਦਾ ਹੈ ਕਿ ਬਿੰਦੀ ਜੌਲ ਸਹੀ ਇਨਸਾਨ ਸੀ ਜਾਂ ਗਲਤ? ਤੁਸੀਂ ਇਸ ਬਾਰੇ ਜ਼ਰੂਰ ਦੱਸਿਓ। ਆਪਾਂ ਨੈਕਸਟ ਵੀਡੀਓ ਦੇ ਵਿੱਚ ਬਿੰਦੀ ਜੌਲ ਬਾਰੇ ਗੱਲ ਕਰਾਂਗੇ ਕਿ ਕੀ ਕਾਰਨ ਬਣਿਆ ਉਸ ਨੂੰ ਐਡੇ ਵੱਡੇ ਸਮਰਾਜ ਤੋਂ ਮੌਤ ਤੱਕ ਆਉਂਦੇ ਦੇਰ ਨਹੀਂ ਲੱਗੀ ਅਤੇ ਉਸ ਨੇ ਆਪਣੇ ਬੰਦਿਆਂ ਨੇ ਹੀ ਉਸ ਨੂੰ ਮਾਰ ਦਿੱਤਾ। ਧੰਨਵਾਦ, ਮਿਲਦੇ ਹਾਂ ਜਲਦੀ ਹੀ ਨਵੀਂ ਵੀਡੀਓ ਦੇ ਵਿੱਚ। ਥੈਂਕ ਯੂ।